ठीक है। फोर्थ न्यूमेरिकल दी स्टेटमेंट पढ़ लो जी। पढ़ ले बच्चे। क्वेश्चन है गिवन ना, रिफ्रैक्टिव इंडेक्स ऑफ वाटर इज 4/3, डिटरमिन द एंगल ऑफ कोन या इन्हें कोन एंगल कह दो, ठीक है, विद इन विच द एंटायर आउटसाइड व्यू विल बी कन्फाइंड फॉर ए फिश अंडर वाटर। एक सेकंड होल्ड करिए बेटा, मैं बुआ पे। हाँ जी, क्वेश्चन जो ने अपने क्या बेटा कि भी जेड़ा एस सच किसी मीडियम दा रिफ्रैक्टिव इंडेक्स 4/3 गिवन है ते अपन ने कहा जी कोन एंगल कैलकुलेट करो within which entire outside view will be confined for a fish underwater। की मतलब होएगा वो तो इस चीज का बच्चे बोलेगा कोई है ना, थोड़ा जा टफ है क्वेश्चन, मतलब की निकलता है स्टेटमेंट वाइज, वो एक बार एक्सप्लेन करे कोई है ना। मैं वेट कर रहा हूं थोड़ी, कौन बोलेगा। और किड्डी शर्म वाली गल है, एक भी नहीं है ना। अर्श, बबलीन, सानिया, यस सर नहीं बोलो की स्टेटमेंट बनती भी की मतलब इस लाइन का, ये बोर्ड च आया हुआ क्वेश्चन है। चलो सुनो फिर और ध्यान ना समझो, स्टेटमेंट तुसी पेपर च पढ़नी जाके, मैं नहीं पढ़नी। जो न्यूमेरिकल करते हो कंसैप्ट सारे दिमाग च लैके आया करो। और इहदे रिलेटेड मैं हिंट तुहानू दस्सिया होया वा बेटा, आपां टॉपिक कीता सीगा टोटल इंटरनल रिफ्लैक्शन TIR, ठीक है, ओदे नाल रिलेट करके इनू मैं थोड़ा जिहा तुहानू अगे भी एक्सप्लेन कीती है टर्म। हुणे आपां नू बेटा ये क्या वा कि भी तुहाडे कोल एस सच तुसी एक कोन एंगल कैलकुलेट करना वा, और कोन एंगल वास्ते कंडीशन उन्हें अपने दिती आ कि भी एक फिश जिहड़ी अंडर वाटर हैगी आ वो अपने ऊपर वाला एक पूरा कंप्लीट व्यू देख सके। यानी क्वेश्चन च पुत जे ऐसा च कंडीशन लईए तां मैनूं इदां दिखा दिंदे आ कि भी अपने कोले ते एक वाटर सरफेस आ, एक वाटर एयर इंटरफेस आ, ठीक है, आ मेरे को एसएच के अंदर वाटर अवेलेबल आ और ਇਹਦੇ अंदर उन्हें डिफाइन कर दिता कि एक फिश ਤੁਹਾਡੇ ਕੋਲ ਹੈਗੀ ਆ ਜਿਹੜੀ ਬਾਹਰ ਵਾਲੇ ਐਸਐਚ ਉੱਪਰ ਵਾਲੇ ਏਰੀਆ ਨੂੰ ਕਿਸੇ ਨੂੰ ਵਿਊ ਕਰਦੀ ਪਈ ਆ। ਤੇ ਪੁੱਤ ਇਹ ਬੇਸਿਕਲੀ ਕਨਸੈਪਟ ਜਿਹੜਾ ਵਾ TIR ਨਾਲ ਰਿਲੇਟ ਆ, ਫਿਸ਼ ਨੇ ਬਾਹਰ ਦੇਖਣਾ ਵਾ, ਇਹਦਾ ਮਤਲਬ ਜਿਹੜੀ ਲਾਈਟ ਆ ਉਹ ਫਿਸ਼ ਦੀ ਆਈ ਤੋਂ ਬਾਹਰ ਵੱਲ ਨੂੰ ਟਰੈਵਲ ਕਰਦੀ ਪਈ ਹੈ। ਇਹਦਾ ਮਤਲਬ ਜੇ ਇੱਥੇ ਅਸੀਂ ਸ਼ੋ ਕਰ ਦਈਏ ਕਿ ਵੀ ਫਿਸ਼ ਦੀ ਅਵੇਲੇਬਿਲਿਟੀ ਆ ਤੇ ਇਹਦਾ ਮਤਲਬ ਇਹ ਹੋਏਗਾ ਕਿ ਫਿਸ਼ ਜਦੋਂ ਇਥੋਂ ਸਟ੍ਰੇਟ ਵੇ ਉੱਪਰ ਦੇਖਦੀ ਪਈ ਆ ਤੇ ਉਹਨੂੰ ਆਊਟਸਾਈਡ ਵਰਲਡ ਇਥੋਂ ਵਿਊ ਹੁੰਦਾ ਪਿਆ। ਇੰਨੀ ਗੱਲ ਸਮਝ ਲੱਗੀ? यस सर। यस सर। ਹੁਣ ਇਹ ਫਿਸ਼ ਇਥੋਂ ਕੁਝ ਐਂਗਲ ਤੇ ਆਬਜ਼ਰਵ ਕਰੇਗੀ ਇਸ ਥਾਂ ਤੇ, ਠੀਕ ਹੈ ਜੀ, ਤੇ ਐਸ ਸੱਚ ਉਤੋਂ ਲਾਈਟ ਜੇ ਡੈਂਸਰ ਟੂ ਰੇਅਰ ਜਾਵੇ ਉਹ ਰਿਫਰੈਕਟ ਕਰਕੇ ਇਧਰ ਜਾਊਗੀ। ਇਸੇ ਵੇ ਨਾਲ ਜੇ ਆਪਾਂ ਇਸ ਸਾਈਡ ਨੂੰ ਸ਼ੋ ਆਫ ਕਰ ਦਈਏ ਤੇ ਇਸੇ ਵੇ ਨਾਲ ਲਾਈਟ ਰਿਫਰੈਕਟ करके इस साइड ਨੂੰ ਜਾਏਗੀ। ਇਹਦਾ ਮਤਲਬ ਆ ਸਾਰੇ ਏਰੀਆ ਚੋਂ ਉਹਨੂੰ ਬਾਹਰ ਦੇਖਦਾ ਪਿਆ। ਹੁਣ ਜੇ ਮੈਂ ਇਹਦੇ ਅੰਦਰ ਕੰਡੀਸ਼ਨ ਆ ਬਣਾ ਲਾਂ ਕਿ ਜਦੋਂ ਲਾਈਟ ਇਸ ਥਾਂ ਤੇ ਇਨਸੀਡੈਂਟ ਕੀਤੀ ਕੁਝ ਇਸ ਵੇ ਨਾ ਕਿ ਲਾਈਟ ਸਰਫੇਸ ਦੇ ਰਿਫਰੈਕਟ ਹੋ ਕੇ ਪੈਰਲਲ ਹੋ ਗਈ, ਜਿਹੜੀ ਰਿਫਰੈਕਟਡ ਰੇ ਆ ਉਹ ਸਰਫੇਸ ਦੇ ਪੈਰਲਲ ਹੋ ਗਈ, ठीक है, ਤੇ ਇਸ ਮੂਵਮੈਂਟ ਤੇ ਇੱਥੇ ਜਿਹੜਾ ਐਂਗਲ ਆਫ ਇਨਸੀਡੈਂਸ ਹੁੰਦਾ ਇਹਨੂੰ ਕ੍ਰਿਟੀਕਲ ਐਂਗਲ ਕਹਿੰਦੇ ਆ। यस सर। यस सर। ਇਹਦਾ ਮਤਲਬ ਜੇ ਤੇ ਐਂਗਲ ਆਫ ਇਨਸੀਡੈਂਸ ਲਿਖਾਂ ਇਹ ਕ੍ਰਿਟੀਕਲ ਐਂਗਲ ਦੇ ਬਰਾਬਰ ਹੁੰਦਾ ਪੁੱਤ? यस सर। यस सर। ਇਹਦਾ ਮਤਲਬ ਇਹ ਹੋਇਆ ਉਹਨੂੰ ਸਰਫੇਸ ਦੇ ਅਲੋਂਗ ਜਿਹੜਾ ਵਾ ਉੱਥੇ ਤੱਕ ਵਿਊ ਉਹਦਾ ਹੈਗਾ। ਤੇ ਜੇ ਲਾਈਟ ਇਸ ਵੇਲੇ ਇੱਥੇ ਐਂਗਲ ਆਫ ਇਨਸੀਡੈਂਸ ਕ੍ਰਿਟੀਕਲ ਤੋਂ ਜ਼ਿਆਦਾ ਬਣਾ ਜਵੇ
0.1 डिग्री भी ज्यादा बना जाए ਤੁਸੀਂ ਕਹਿੰਦੇ ਲਾਈਟ TIR ਕਰਕੇ ਅੰਦਰ ਆਣੀ ਸ਼ੁਰੂ ਹੋ ਜੂ। ਬੱਚੇ ਇੱਕ ਗੱਲ ਸਮਝ ਲੱਗਦੀ ਪਈ? सर बोर्ड थोड़ा क्लियर नहीं। ਹੁਣ ਦੇਖੋ सर अब ठीक है। ਇਹਦਾ ਮਤਲਬ ਇਹ ਹੋ ਗਿਆ ਇਸੇ ਤਰ੍ਹਾਂ ਹੀ ਇਧਰ ਵੀ ਕੰਡੀਸ਼ਨ ਬਣਾ ਲਈ ਹੈ ਕਿ ਜੇ ਇੱਥੇ ਉਹਦਾ ਐਂਗਲ ਆਫ ਇਨਸੀਡੈਂਸ ਜਿਹੜਾ ਵਾ ਠੀਕ ਹੈ ਇਹ ਕ੍ਰਿਟੀਕਲ ਐਂਗਲ ਦੇ ਬਰਾਬਰ ਜਾਂ ਉਸ ਤੋਂ ਜ਼ਿਆਦਾ ਹੋ ਜਾਵੇ ਤੇ ਇਸ ਮੂਮੈਂਟ ਤੇ ਲਾਈਟ ਜਿਹੜੀ ਆ ਸਰਫੇਸ ਦੇ ਪੈਰਲਲ ਜਾਂ ਆ ਮੇਰੇ ਕੋਲ ਇਨਵਰਡ ਮੁੜ ਜੂਗੀ। Yes, sir. ਆਵਾਜ਼ ਆ ਰਹੀ ਹੈ ਜੀ? Yes, sir. यस Clear? आवाज क्लियर आ रही है? हाँ जी सर। सुकृति चेक कर बेटा तेरे वाले पासे पे कोई प्रॉब्लम हो तो ਇਹਦਾ ਮਤਲਬ ਇਹ ਹੋ ਗਿਆ ਬੇਟਾ ਕਿ ਵੀ ਜਦੋਂ ਐਸਐਚ ਮੇਰੇ ਕੋਲੋਂ ਆ ਪੁਆਇੰਟ ਆਇਆ ਨਾ ਜਿਹਨੂੰ ਸਰਫੇਸ ਤੇ ਗਿਣ ਲਈਏ A ਜਾਂ ਇਧਰੋਂ ਸਰਫੇਸ ਤੇ ਗਿਣ ਲਈਏ B ਤੇ ਪੁੱਤ ਆ ਮੇਰੇ ਕੋਲ ਉਹ ਐਸਐਚ ਰੀਜਨ ਹੋਏਗਾ ਔਰ ਦੋਨੋਂ ਪਾਸੇ ਸਿਮੈਟ੍ਰਿਕ ਬਣਨਾ ਵਾ। ਆਪਾਂ ਲਾਈਨ ਜਿਹੜੀ ਇਧਰ ਨੂੰ ਜ਼ਿਆਦਾ ਬੈਂਡ ਦਿਖਾਈ ਆ ਅਦਰਵਾਈਜ਼ ਦੋਨੋਂ ਪਾਸੇ ਸਿਮੈਟ੍ਰਿਕ ਰੀਜਨ ਆ ਜਿੰਨਾ ਆ ਗੈਪ ਆ ਉਨਾ ਹੀ ਇਸ ਸਾਈਡ ਨੂੰ ਗੈਪ। ਇਹਦਾ ਮਤਲਬ ਇਹ ਹੋਏਗਾ ਕਿ ਇਸ ਮੂਵਮੈਂਟ ਤੇ ਆ ਉਹ ਏਰੀਆ ਦੇ ਅੰਦਰ ਜਿੰਨੀਆਂ ਵੀ ਲਾਈਟ ਰੇਜ਼ ਹੋਣਗੀਆਂ ਇੰਨੇ ਏਰੀਆ ਦੇ ਅੰਦਰ ਜਿੰਨੀਆਂ ਵੀ ਲਾਈਟ ਰੇਜ਼ ਆ ਹਨਾ ਇਹ ਫਿਸ਼ ਤੱਕ ਕਹਿੰਦਾ ਜੀ ਆਂਦੀਆਂ ਪਈਆਂ। ਇਹਦਾ ਮਤਲਬ ਆ ਉਹ ਵਿਊ ਏਰੀਆ ਹੋਏਗਾ ਜਿਹਦੇ ਅੰਦਰ ਅੰਦਰ ਫਿਸ਼ ਨੂੰ ਜਿਹੜਾ ਵਾ ਬਾਹਰਲਾ ਪੋਰਸ਼ਨ ਦੇਖ ਸਕਦਾ। ਠੀਕ ਹੈ ਇਸ ਪੁਆਇੰਟ ਤੋਂ ਬਾਅਦ ਤੇ ਇਸ ਪੁਆਇੰਟ ਤੋਂ ਬਾਅਦ ਦੋਨੋਂ ਉਹ ਰੀਜਨ ਆ ਗਏ ਜਦੋਂ ਰਿਫਲੈਕਟਡ ਲਾਈਟ ਸੇਮ ਮੀਡੀਅਮ 'ਚ ਵਾਪਸ ਆ ਜਾਂਦੀ। ਇਹਦਾ ਮਤਲਬ ਇਸ ਤੋਂ ਅੱਗੇ ਜਿਹੜੀ ਲਾਈਟ ਜਾਏਗੀ ਜ਼ਿਆਦਾ ਐਂਗਲ ਤੇ ਹਨਾ ਉਹ ਏਰੀਆ ਐਸ ਸੱਚ ਫਿਸ਼ ਨੂੰ ਅਬਜ਼ਰਵ ਨਹੀਂ ਹੋਣਾ। ਇੰਨੀ ਗੱਲ ਸਮਝ ਲੱਗੀ? Yes, sir. ਇਹਦਾ ਮਤਲਬ ਆ ਜਿਹੜਾ ਫਿਰ ਮੇਰੇ ਕੋਲ ਐਂਗਲ ਬਣੇਗਾ ਆ ਅਸੀਂ ਨਾਮ ਦੇ ਦਈਏ ਇਹਨੂੰ ਥੀਟਾ ਲਿਖ ਦਵਾਂ ਤੇ ਇਹ ਮੇਰਾ ਉਹ ਕੋਣ ਐਂਗਲ ਹੋਏਗਾ। ਠੀਕ ਹੈ ਜੀ ਜਿੰਨੇ ਐਂਗਲ ਦੇ ਅੰਦਰ ਅੰਦਰ ਫਿਸ਼ ਨੂੰ ਬਾਹਰਲਾ ਏਰੀਆ ਅਬਜ਼ਰਵ ਹੋ ਸਕਦਾ। ਇਹ ਗੱਲ ਸਮਝ ਆਈ? Yes, sir. ਹੁਣ ਜੇ ਮੈਂ ਇਸ ਐਂਗਲ ਨੂੰ ਡਿਫਾਈਨ ਕਰਨਾ ਹੋਵੇ ਤੇ ਆਪਾਂ ਕਹਿ ਦਿੰਦੇ ਜੀ ਇੱਥੇ ਐਂਗਲ ਬਣਿਆ ਕ੍ਰਿਟੀਕਲ ਐਂਗਲ ਇਹਦੀ ਇੱਥੇ ਵੀ ਐਂਗਲ ਆਪਾਂ ਕ੍ਰਿਟੀਕਲ ਐਂਗਲ ਦੇ ਬਰਾਬਰ ਗਿਣ ਕੇ ਚੱਲੀਏ ਕਿਉਂਕਿ ਕ੍ਰਿਟੀਕਲ ਐਂਗਲ ਦੇ ਬਰਾਬਰ ਆ ਕੇ ਲਾਈਟ ਸਰਫੇਸ ਦੇ ਪੈਰਲਲ ਹੋ ਚੁੱਕੀ ਹੋਏਗੀ। ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਥੀਟਾ ਹੋਏਗਾ ਜੇ ਇਧਰੋਂ ਲੈ ਕੇ ਚੱਲੀਏ ਤੇ ਆਪਣੇ ਕੋਲੋਂ ਇੰਨਾ ਆ ਵਾਲਾ ਐਂਗਲ ਇਹਦੇ ਅਲਟਰਨੇਟ ਐਂਗਲ ਦੇ ਇਕੁਅਲ ਆ ਇਹਦੀ ਇਧਰੋਂ ਐਂਗਲ ਉਹ ਅਲਟਰਨੇਟ ਦੇ ਇਕੁਅਲ ਆ। ਇਹਦਾ ਮਤਲਬ ਥੀਟਾ ਜਿਹੜਾ ਹੋਏਗਾ ਫਰਮ ਫਿਗਰ ਆਪਣੇ ਕੋਲ ਇਹ 2c ਦੇ ਬਰਾਬਰ ਆ ਜਾਓ। Yes, sir. ਠੀਕ ਹੈ ਇਹਦਾ ਮਤਲਬ ਫਿਰ ਜਿੰਨਾ ਵਿਊ ਐਂਗਲ ਆ ਮੇਰਾ ਜਾਂ ਜਿੰਨਾ ਕੋਨ ਐਂਗਲ ਆ ਮੇਰਾ ਉਹ 2c ਆ ਬੇਟਾ। ਤੇ ਜੇ ਫਿਰ ਮੈਨੂੰ 2c ਦੀ ਵੈਲਿਊ ਚਾਹੀਦੀ ਆ ਤੇ ਮੈਂ c ਦੀ ਵੈਲਿਊ ਕੱਢ ਸਕਦਾ ਵਾਂ। ਕਿਉਂ ਕੱਢ ਸਕਦਾ ਵਾਂ? ਕਿਉਂਕਿ ਮੈਨੂੰ ਮੀਡੀਅਮ ਦਾ ਰਿਫਰੈਕਟਿਵ ਇੰਡੈਕਸ ਦਿੱਤਾ ਵਾ ਤੇ ਜੇ ਮੇਰੇ ਕੋਲ ਮੀਡੀਅਮ ਦਾ ਰਿਫਰੈਕਟਿਵ ਇੰਡੈਕਸ ਹੈਗਾ ਤੇ we know that mu equal to ਆਪਾਂ ਜਿਹਨੂੰ ਲੈ ਕੇ ਚੱਲੀਏ 1/sin c ਹੁੰਦਾ ਤੇ ਜੇ mu ਦੀ ਵੈਲਿਊ 1/sin c ਆ ਇੱਥੇ ਜਿਹੜਾ mu ਲਿਖਿਆ ਇਹ a mu w ਲਿਖਿਆ ਬੇਟਾ ਆਪਾਂ। ਕਲੀਅਰ ਇੰਨੀ ਗੱਲ? Yes, sir. Yes. और a Yes. w ਦੀ ਵੈਲਿਊ ਆਪਣੇ ਕੁਐਸਚਨ ਦੇ ਅਕੋਰਡਿੰਗਲੀ 4/3 ਹੈ 4/3 1/sin c ਤੇ therefore sin c ਦੀ ਵੈਲਿਊ 3/4 ਯਾਨੀ 0.7500 ਆ ਜਾਏਗੀ। ਇਹ sin c ਆਇਆ ਇਹ sin c ਆਇਆ ਇਹਨੂੰ ਸੋਲਵ ਕਰਕੇ ਆਪਣੇ ਕੋਲੇ ਤੋਂ c ਨਿਕਲ ਆਣਾ sin ਇਨਵਰਸ ਆਫ 0.7500 ਤੇ ਜਿੰਨਾ c ਆ ਜਾਏਗਾ ਇਹਦਾ ਡਬਲ ਕਰ ਦਿਓ ਤੇ therefore ਸਾਡਾ ਜਿਹੜਾ ਕੋਣ ਐਂਗਲ ਹੋਏਗਾ therefore कोण एंगल थीटा इक्वल टू 2c ਇਹਦੀ ਵੈਲਿਊ ਐਸਾ ਜਿੱਥੋਂ ਕੈਲਕੂਲੇਟ ਹੋ ਜਾਣੀ। क्या न्यूमेरिकल क्लियर है? Yes, sir. ਉਹ ਤੇ ਕੋਸ਼ਿਸ਼ ਕਰੋ ਇੱਕ ਵਾਰੀ ਸਟੇਟਮੈਂਟ ਦੇ ਨਾਲ ਨਾ ਉਹਨੂੰ ਰਿਲੇਟ ਕਰਿਆ ਕਰੋ ਕਿ ਵੀ ਕਿਹੜਾ ਕਨਸੈਪਟ ਆ ਜਿਹੜਾ ਨਿਊਮੈਰੀਕਲ ਦੇ ਵਿੱਚ ਅਪਲਾਈ ਹੋਣਾ। ਜਦੋਂ ਤੱਕ ਉਸ ਚੀਜ਼ ਨੂੰ ਦਿਮਾਗ 'ਚ ਨਹੀਂ ਲਿਆਉਂਗੇ ਨਿਊਮੈਰੀਕਲ ਦੀ ਸਟੇਟਮੈਂਟ ਪੇਪਰ 'ਚ ਪੜ੍ਹ ਕੇ ਫਾਇਦਾ ਨਹੀਂ ਹੋਣਾ ਕੋਈ। ਇਸ ਲਈ ਥੋੜਾ ਜਿਹਾ ਇਸ ਚੀਜ਼ ਦਾ ਧਿਆਨ ਰੱਖ ਕੇ ਚੱਲੋ ਕਿ ਵੀ ਸਟੇਟਮੈਂਟ ਜਿਹੜਾ ਗਿਵਨ ਆ ਕਿਹੜਾ ਕਨਸੈਪਟ ਆਪਾਂ ਚੈਪਟਰ 'ਚ ਪੜ੍ਹਦੇ ਹੋਵਾਂਗੇ ਇਦਾਂ ਦਾ ਜਿੰਨਾ ਇਸ ਚੀਜ਼ ਨੂੰ ਲਿੰਕ ਕਰ ਸਕਦੇ ਆ। ਇਸ ਲਈ ਇਹ ਚੀਜ਼ ਥੋੜੀ ਜਿਹੀ ਸੋਚਣੀ ਪੈਣੀ ਤਾਂ ਥੋੜਾ ਧਿਆਨ ਦਿਆ ਕਰੋ ਇਸ ਚੀਜ਼। ਕਲੀਅਰ ਹੈ ਬੱਚੇ? यस। ਚਲੋ Yes. ਨੈਕਸਟ ਨਿਊਮੈਰੀਕਲ ਫਿਫਥ ਨਿਊਮੈਰੀਕਲ ਦੀ ਸਟੇਟਮੈਂਟ ਪੜੋ ਜਲਦੀ ਉਹ ਵੀ ਇੰਪੋਰਟੈਂਟ ਆ ਥੋੜੀ ਲੈਂਥੀ ਆ ਸਟੇਟਮੈਂਟ ਇੱਕ ਵਾਰੀ ਪੜ੍ਹ ਲਓ ਚੰਗੀ ਤਰ੍ਹਾਂ ਪਹਿਲਾਂ।
स्टेटमेंट जरूर चंगी तरह पढ़ लियो, एवं खाली ना बैठियो बेटा। मैं टाइम विच सिर्फ ता दिना कि स्टेटमेंट एक बारी पढ़ी आ तो तुहानू समझने सौखी लगे, टाइम बेकार ना करियो। करा शुरू। चलो मैं Yes, पढ़ता sir. स्टेटमेंट समझो एक बारी। अ पॉइंट सोर्स ऑफ लाइट S is placed at the bottom of a vessel containing a liquid of refractive index 5/3। यानी पहला वेरिएबल अपने को आ गया कि भी एक लाइट सोर्स आ, ठीक है, यानी इदा कह दो एक बल्ब आ जिहदा मतलब फुहारा लगा होया, ठीक है जी, फुहारे दे नीचे बल्ब लगा होया, ठीक है, यानी अंडर वाटर मेरे को जिहड़ा वा एक बल्ब हैगा उन्हें पैक किया होया, उतों लाइट रेज निकलदियां पईयां जिहड़ियां वाटर चों ट्रैवल करके आउटसाइड जा रही। TIR की पहली कंडीशन बनती पई आ कि लाइट डेंसर टू रेयर वाल जांदी पई आ। उन्हें अगे की कह दिता, परसन इज व्यूइंग द सोर्स फ्रॉम अबव द सरफेस। मैं इस वे तो उपरों खड़ के देखदा पिया थल्ले नूं, ठीक है जी, कि लाइट का सोर्स जिथे मैनूं दिखदा पिया, ठीक है। उन्हें क्या तुहाडे कोल उस मोमेंट ते देयर इज एन ओपेक डिस्क ऑफ रेडियस 1 सेंटीमीटर फ्लोटिंग ऑन द सरफेस। जेड़े पानी दी सरफेस आ उहदे ते एक डिस्क फ्लोट करदी पई आ, यानी सर्कुलर शेप च एक डिस्क आ गई। जे आही फिगर दे विच ऊपर सोच के चलो ते अपने कोल क्वेश्चन च एक तरह आ जाएगा कि इस थां ते एक सर्कुलर डिस्क आ बेटा, इस थां ते आ मेरे कोल एक सर्कुलर डिस्क होएगी, ठीक है, जेड़ी पानी दे उत्ते कहंदा जी उस सरफेस उत्ते फ्लोट करदी पई आ। इन्नी गल पहले समझ लग रही? Yes, sir. चलो यानी आप जे अपने वाले क्वेश्चन दी फिगर बनाइए ते आप इनु इदा ले लेने कि भी अपने कोल एक वाटर सरफेस गिवन आ, अपने कोल एक वाटर सरफेस गिवन आ, ठीक है। इस वाटर और एयर इंटरफेस जेड़ा हैगा वा इहदे अंदरले पासे मेरे को लाइट सोर्स पिया वा, इथे अंदरले पासे लाइट सोर्स हैगा और इथे ऊपर जेड़ी आ सरफेस होएगी इथे एक ओपेक डिस्क ट्रैवल करदी पई, ठीक है, यानी इन्ने हिस्से दे अंदर मेरे को किते आपां मान लीए कि एक ओपेक डिस्क आ जेडी इथे मेरे को कहंदा जी एस एच फ्लोट करदी पई। ਇਹਦੇ ਲਈ ਉਹਨੇ ਕੰਡੀਸ਼ਨ ਆਪਣੇ ਕੋਲ ਕੀ ਕਹੀ ਆ, a person is viewing the source from above the surface, there is an opaque disc of radius 1 centimeter floating on the surface। इस डिस्क ਦਾ ਰੇਡੀਅਸ ਦੱਸ ਦਿੱਤਾ 1 ਸੈਂਟੀਮੀਟਰ ਆ, ਯਾਨੀ ਡਾਇਆਮੀਟਰ 2 ਹੋ ਗਿਆ, ਆ ਪੂਰੇ ਦੇ ਪੂਰਾ ਡਾਇਆਮੀਟਰ 2 ਸੈਂਟੀਮੀਟਰ ਬਣ ਗਿਆ। ਉਸ ਤੋਂ ਬਾਅਦ ਉਹਨੇ क्वेश्चन च किया the center of the disc lies vertically above the surface O, above the surface, sorry, above the source O, ਜਿਹਨੂੰ ਮੈਂ S ਲਿਖਦਾ ਪਿਆ, ਇਸ ਲਾਈਟ ਸੋਰਸ ਨੂੰ ਨੇ O ਲਿਖ ਲਿਆ ਤੇ ਇਹਦਾ ਜਿਹੜਾ ਡਿਸਕ ਦਾ ਸੈਂਟਰ ਆ ਉਹ ਐਗਜ਼ੈਕਟ ਇਹਦੇ ਕਹਿੰਦਾ ਜੀ ਉੱਪਰ ਲਾਈ ਕਰਦਾ ਪਿਆ। ਇੰਨੀ ਗੱਲ ਸਮਝ ਲੱਗੀ ਪਹਿਲਾਂ? Yes, sir. Yes, sir. So ਉਹਨੇ ਕਿਹਾ ਜੀ ਤੁਹਾਡੇ ਕੋਲ as such center of the disc lie vertically above the source, the liquid from the vessel is gradually drained out, ठीक है जी, through a tap, ठीक है, मतलब ਆਪਾਂ ਇਤੋਂ ਬਾਹਰੋਂ ਦੀ ਕੋਈ ਇਹਦੀ as such ਕਹਿੰਦਾ ਜੀ ਪਾਣੀ ਨੂੰ ਡਰੇਨ ਆਊਟ ਕਰਦੇ ਪਏ ਆ। ਉਹਨੇ ਕਿਹਾ ਉਸ ਕੰਡੀਸ਼ਨ ਦੇ ਅੰਦਰ what is the maximum height of the liquid for which the source cannot be seen at all। मेरे को एसएच ਦੇ ਅੰਦਰ ਪਾਣੀ ਦੀ ਹਾਈਟ ਕਿੰਨੀ ਹੋਏਗੀ, ਮੰਨ ਲਓ ਆਹੀ ਉਹ ਪਾਣੀ ਦੀ ਹਾਈਟ ਆ, ਠੀਕ ਹੈ ਜੀ, ਜਦੋਂ ਮੈਨੂੰ ਐਸਐਚ ਕਹਿੰਦਾ ਜੀ ਇਸ ਮੂਮੈਂਟ ਤੇ ਕਿਉਂਕਿ ਆ ਓਪੇਕ ਡਿਸਕ ਆ, ਓਪੇਕ ਡਿਸਕ ਦੇ ਉਹਨੇ ਪੋਰਸ਼ਨ ਦੇ ਥਰੂ ਲਾਈਟ ਨਹੀਂ ਉਹ ਨਿਕਲਣੀ। ਓਪੇਕ ਆਬਜੈਕਟ ਕਿਹਨੂੰ ਕਹਿੰਦੇ ਜਿਹਦੇ ਥਰੂ ਅਸੀਂ ਕਹਿੰਦੇ ਜੀ ਲਾਈਟ ਪਾਸ ਆਨ ਨਹੀਂ ਹੁੰਦੀ। ਇਹਦਾ ਮਤਲਬ ਇਹ ਹੋ ਗਿਆ ਇਸ ਲਾਈਟ ਸੋਰਸ ਤੋਂ ਆ ਜਿਹੜਾ ਰੀਜਨ ਹੋਏਗਾ इन्ने पोर्शन दे अंदर जेड़ियां लाइट रेज एस सच इस रीजन चो निकलदियां पईयां ओ इस ओपेक ऑब्जेक्ट ने रोकियां होणगियां। Yes, sir. Yes, sir. ਇਹਦਾ ਮਤਲਬ ਜੇ ਇਸ ਸਾਰੀ ਸਟੇਟਮੈਂਟ ਦਾ ਮਤਲਬ ਕੱਢੀਏ ਤੇ ਆਪਣੇ ਕੋਲ ਬੇਸਿਕਲੀ ਇਹ TIR ਦਾ ਕਨਸੈਪਟ ਫੇਰ ਆ। ਹੁਣ ਆ ਉਹ ਪੁਆਇੰਟ ਹੋਏਗਾ ਸਰਫੇਸ ਦੇ ਉੱਤੇ ਜਿੱਥੇ ਐਂਗਲ ਆਫ ਇਨਸੀਡੈਂਸ ਜਿਹੜਾ ਉਹ ਕ੍ਰਿਟੀਕਲ ਦੇ ਬਰਾਬਰ ਹੋ ਜਾਂਦਾ ਤੇ ਲਾਈਟ ਸਰਫੇਸ ਦੇ ਅਲੋਂਗ ਆ ਜਾਂਦੀ। ਇਦਾਂ ਹੀ ਇਸ ਸਾਈਡ ਤੇ ਵੀ ਇੱਥੇ ਐਂਗਲ ਆਫ ਇਨਸੀਡੈਂਸ ਜਿਹੜਾ ਉਹ ਕ੍ਰਿਟੀਕਲ ਦੇ ਬਰਾਬਰ ਹੋਏਗਾ ਤੇ ਲਾਈਟ ਸਰਫੇਸ ਦੇ ਅਲੋਂਗ ਆ ਜਾਂਦੀ, ਠੀਕ ਹੈ। ਤੇ ਇਹਦਾ ਰੇਡੀਅਸ ਆਪਣੇ ਨੂੰ ਦੱਸਿਆ ਹੋਇਆ, ਆ ਪੁਆਇੰਟ ਨੂੰ ਕੁਝ ਨਾਮ ਦੇ ਦਿਓ, A ਆ ਗਿਆ ਸੈਂਟਰ ਇਹਦਾ ਜਿਹੜਾ, ਆ ਮੇਰਾ O ਆ ਗਿਆ ਤੇ ਜਿਹੜੀ ਵਾਟਰ ਦੀ ਹਾਈਟ ਇਸ ਵੇਲੇ ਅਵੇਲੇਬਲ ਹੈ ਇਹਦੇ ਅੰਦਰ ਉਹ h ਸੈਂਟੀਮੀਟਰ ਆ ਮੇਰੇ ਕੋਲ ਜਾਂ h ਮੀਟਰ ਆ ਮੇਰੇ ਕੋਲ,
ਸੋ ਆ ਮੈਨੂੰ ਪੁੱਤ ਉਹਨੇ ਐਸ ਸੱਚ ਇੱਥੇ ਡਿਫਾਈਨ ਕਰ ਦਿੱਤਾ ਆ P ਤੇ Q ਪੁਆਇੰਟ ਆ ਗਏ ਇਹਦਾ ਮਤਲਬ AQ ਜਾਂ AP है ना ਇਹਦਾ ਰੇਡੀਅਸ ਮੇਰੇ ਕੋਲ ਹੈਗਾ ਯਾਨੀ ਇੰਨੀ ਲੈਂਥ ਮੇਰੇ ਕੋਲ ਹੈਗੀ ਆ ਇੰਨੀ ਲੈਂਥ ਮੇਰੇ ਕੋਲ ਹੈਗੀ ਆ ਲੈਂਥ ਮੈਂ ਕੱਢਣੀ ਆ ਠੀਕ ਹੈ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਸ ਚ ਲਿੰਕ ਕਰਨਾ ਹੋਵੇ ਤੇ ਆ ਸਾਈਡ ਦੇ ਥਰੂ ਲਿੰਕ ਕਰ ਸਕਦੇ Yes, sir. ਤੇ ਜੇ ਇਸ ਸਾਈਡ ਨੂੰ ਆਪਾਂ ਡਿਫਾਈਨ ਕਰ ਦਈਏ ਇਸ ਥਾਂ ਤੇ ਆਪਣਾ ਐਂਗਲ ਜਿਹੜਾ ਵਾ ਉਹ C ਆ ਗਿਆ ਇਦਾਂ ਹੀ ਇਸ ਸਾਈਡ ਤੇ ਵੀ ਐਂਗਲ ਆਪਣਾ C ਆ ਗਿਆ ਸੋ ਟੋਟਲ ਕੋਣ ਐਂਗਲ ਆਪਣਾ 2C ਬਣ ਗਿਆ ਤਾਂ ਤੁਸੀਂ ਇੱਕ ਸਾਈਡ ਤੇ ਟ੍ਰਾਇੰਗਲ ਕੰਸੀਡਰ ਕਰ ਲਓ ਇਨ ਟ੍ਰਾਇੰਗਲ OAP ਇਸ ਟ੍ਰਾਇੰਗਲ ਦੇ ਅੰਦਰ OP ਦੀ ਲੈਂਥ ਆਪਾਂ ਪਹਿਲਾਂ ਡਿਫਾਈਨ ਕਰ ਲਈਏ ਠੀਕ ਹੈ ਐਂਗਲ ਦੇ ਸਾਹਮਣੇ ਪਰਪੈਂਡੀਕੂਲਰ ਆ ਗਿਆ ਆ ਹਾਈਪੋਟੇਨਿਊਜ਼ ਆ ਇਹਨਾਂ ਦੋਨਾਂ ਨੂੰ sin ਥੀਟਾ ਨਾਲ ਲਿੰਕ ਕਰ ਲਾਂਗੇ ਇਹਦਾ ਮਤਲਬ ਆਪਣੇ ਕੋਲ ਆ ਗਿਆ ਜੀ PA over OP equal to sin C ਠੀਕ ਹੈ ਤੇ ਇਹਦੇ ਵਿੱਚੋਂ PA ਦੀ ਲੈਂਥ ਆਪਣੇ ਕੋਲ ਨੋਨ ਆ ਲੈਂਥ ਆਪਾਂ ਜਿਹੜੀ ਕੈਲਕੂਲੇਟ ਕਰਨੀ ਆ ਇੰਨੀ ਗੱਲ ਸਮਝ ਲੱਗਦੀ ਪਈ Yes, sir. Yes. Yes. ਇਹਦਾ ਮਤਲਬ ਆਪਣੇ ਕੋਲ ਜੇ OP ਦੀ ਲੈਂਥ ਆਪਾਂ ਰਿਲੇਟ ਕਰਨੀ ਆ ਹਨਾ ਆ ਸਾਈਡ ਆਪਾਂ H ਮੰਨ ਲਈ ਆ ਸਾਈਡ ਮੇਰੇ ਕੋਲ R ਆ ਗਈ ਇੱਕ ਕੰਮ ਹੋਰ ਕਰ ਲੈਨੇ ਚਲੋ ਇੱਥੋਂ ਵੀ ਆਪਾਂ ਨੂੰ ਲਿੰਕ ਕਰਦੇ ਇੱਕ ਆਪਾਂ ਸਿੱਧਾ ਲਿੰਕ ਕਰ ਲੈਨੇ ਆ ਸਾਈਡ ਮੇਰੀ R ਤੇ H ਦੀ ਫਾਰਮ ਚ ਲਿਖੀ ਜਾ ਸਕਦੀ ਆ OA ਮੇਰੇ ਕੋਲ H ਗਿਵਨ ਆ R ਆ ਤੇ ਇਹਦੇ ਨਾਲ OP ਲੈਂਥ ਨੂੰ ਆਪਾਂ ਪਾਈਥਾਗੋਰਸ ਲਗਾ ਕੇ ਵੀ ਲਿਖ ਲਈਏ ਇਹਨੂੰ ਇੱਥੇ ਰੋਕ ਰਿਆਂ ਬਾਅਦ ਚ ਦੀ ਗੱਲ ਕੰਪਲੀਟ ਕਰਦੇ ਆ ਆਲਸੋ from figure ਆਪਣੇ ਕੋਲ ਜੇ ਐਸ ਸੱਚ ਆਪਾਂ OP ਲਿਖਣਾ ਹੋਵੇ ਤੇ ਆਪਣੇ ਕੋਲੇ ਆ ਗਈ √r² + h² ਇਹਦੀ ਸਾਈਡ ਬਣ ਜੂ ਬੇਟਾ Yes, sir. Yes, sir. ਇਹਦੇ ਵਿੱਚ h ਦਾ ਅਨਨੋਨ ਆ ਹਨਾ ਹੁਣ ਇਧਰੋਂ ਜੇ ਮੈਂ ਚੱਲਾਂ ਵਾਪਸ ਉੱਪਰ ਤੇ ਮੇਰੇ ਕੋਲ h ਦੀ ਵੈਲਿਊ ਹੀ ਆਪਾਂ ਮੇਨ ਕੱਢਣੀ ਆ ਤੇ h ਨੂੰ ਕੈਲਕੂਲੇਟ ਕਰਨ ਵਾਸਤੇ ਆਪਣੇ ਕੋਲ ਜਿਹੜਾ ਆ ਐਸ ਸੱਚ h ਆਪਾਂ ਕੈਲਕੂਲੇਟ ਕਰਨਾ ਕਿੰਨਾ ਆਣਾ ਵਾ ਇਹਨੂੰ sin C ਦੇ ਨਾਲ ਲਿੰਕ ਕਰਾਂ ਤੇ sin C ਮੇਰੇ ਕੋਲ μ ਨਾਲ ਲਿੰਕ ਹੋ ਜੂ sin C ਜਿਹੜਾ ਆਪਣੇ ਕੋਲ ਹੈਗਾ ਉਹ TIR ਦੇ ਨਾਲ μ ਨਾਲ ਲਿੰਕ ਹੋ ਜੂ Yes, sir. Yes. ਇਹਦਾ ਮਤਲਬ ਆਪਾਂ ਜੇ ਇਸ sin C ਨੂੰ ਕਿਉਂਕਿ sin C ਦਾ ਆਪਣੇ ਕੋਲ ਗਿਵਨ ਨਹੀਂ ਆਪਣੇ ਕੁਐਸਚਨ ਚ ਗਿਵਨ ਆ μ ਦੀ ਵੈਲਿਊ ਠੀਕ ਹੈ ਇਹਦਾ ਮਤਲਬ ਜੇ ਇਹਨੂੰ ਆਪਾਂ ਇਥੋਂ ਡਿਫਾਈਨ ਕਰਕੇ ਇਕੁਏਸ਼ਨ 1 ਠੀਕ ਹੈ ਜੀ ਆਲਸੋ ਆਪਣੇ ਕੋਲ ਸੈਕੰਡ ਕੰਡੀਸ਼ਨ ਇਥੋਂ ਦੇ ਦਿਓ μ equal to 1/sin C और क्वेश्चन च μ ਦੀ ਵੈਲਿਊ ਆਪਣੇ ਕੋਲ 5/3 ਗਿਵਨ ਆ ਠੀਕ ਹੈ ਜੀ 5/3 equal to 1/sin C ਤੇ therefore sin C ਦੀ ਵੈਲਿਊ ਆਪਣੇ ਕੋਲ ਜਿਹੜੀ ਆ ਉਹ 3/5 ਆ ਜੂ ਯਾਨੀ 0.6000 ਠੀਕ ਹੈ ਇਹ ਆਪਣੇ ਕੋਲ sin C ਆ ਗਿਆ ਇਹਨਾਂ ਕਲੀਅਰ ਆ ਪਹਿਲੋ Yes, sir. ਹੁਣ ਕਿਹੜੇ ਵੇ ਨਾਲ ਲਿੰਕ ਕਰ ਦਈਏ ਇਹਨਾਂ ਨੂੰ ਆਪਸ Sir, PA over OP equal to 3/5. ਵੀਡੀਓ ਕਲੀਅਰ ਆ ਸਾਰਿਆਂ ਨੂੰ Yes. ਚਲ ਗੁਰਲੀਨ ਤੂੰ ਚੈੱਕ ਕਰ ਬੇਟਾ ਇਧਰੋਂ ਬਾਕੀਆਂ ਨੂੰ ਕਲੀਅਰ ਆ ਬੱਚੇ ਹਾਂ ਦਿਲਪ੍ਰੀਤ ਬੋਲ ਬੇਟਾ ਕੀ ਕਹਿ ਰਿਹਾ ਸੀ Sir, PA over OP equal to 3/5 ਆ ਜਾਊਗਾ sin C ਦੀ ਵੈਲਿਊ ਪੁੱਟ ਇਹਦੇ ਕਰਕੇ ਵਿੱਚੋਂ ਆਪਾਂ ਚੱਲੀਏ ਤੇ ਆਪਣੇ ਕੋਲ ਐਸਐਚ PA ਦੀ ਲੈਂਥ ਆਪਣੇ ਕੋਲ ਹੈਗੀ ਹੈ ਨਾ ਰੇਡੀਅਸ ਆਪਣੇ ਕੁਐਸਚਨ 'ਚ ਦੱਸਿਆ ਹੋਇਆ ਆਪਾਂ ਨੂੰ ਠੀਕ ਹੈ ਜੀ ਤੇ ਆ OP ਤੇ OA ਆਪਾਂ ਲਿੰਕ ਕਰਦੇ ਪਏ ਇਹਦਾ ਮਤਲਬ ਇੱਥੇ ਜੇ ਚੱਲੀਏ ਤੇ ਆਪਣੇ ਕੋਲ ਇਹਦੇ ਵਿੱਚ ਆ ਹੈਗਾ OP ਮੇਰੇ ਕੋਲ ਆ ਗਿਆ OP ਦੀ ਥਾਂ ਤੇ ਜੇ ਆ ਭਰ ਦਿੰਨੇ ਹਨਾ ਚਲੋ ਹੋ ਜਾਣਾ ਬਣ ਜਾਣਾ ਇੱਥੇ ਆਪਾਂ ਜੇ ਵੈਲਿਊ ਲੈ ਕੇ ਆਈਏ from 1 ਆਪਣੇ ਕੋਲ ਕੀ ਆ ਜਾਏਗਾ ਜੀ from 1 ਆਪਣੇ ਕੋਲ ਇਥੋਂ ਕ੍ਰਿਟੀਕਲ ਐਂਗਲ ਉਨੀ ਦੇਰ 'ਚ ਇੱਕ ਜਣਾ ਐਂਗਲ ਦੇਖੋ ਕਿੰਨਾ ਬਣਨਾ sin C ਦੀ ਵੈਲਿਊ 0.6 ਹੋਵੇ ਦੇਖਿਆ ਕਿਸੇ ਨੇ ਐਂਗਲ अर्श नहीं देखा रुको एंगल देख के तुहानू दसदा फिर एंगल नाल ही भर के चलते हैं क्योंकि बुक च ने मैथड दूजा लाया होया
ਆਪਣੇ ਕੋਲ ਐਂਗਲ ਜਿਹੜਾ ਆਂਦਾ ਵਾ ਇੱਥੇ ਆ ਰਿਹਾ ਜੀ 36 ਡਿਗਰੀ 36 ਡਿਗਰੀ ਤੇ 48 ਤੇ ਪਲੱਸ 4 52 36 52 ਮਿੰਟ ਬੰਦਾ ਆਪਾਂ ਇਹਨੂੰ ਰਫਲੀ ਪੁੱਤ ਪੂਰਾ ਲੈਣ ਲੱਗਿਆ ਮੈਂ ਆਪਣੇ ਕੋਲ ਅਪਰੋਕਸੀਮੇਟਲੀ 37 ਡਿਗਰੀ ਲਿਖਣ ਲੱਗਿਆ ਇਹਨੂੰ ਮੈਂ ਠੀਕ ਹੈ ਇੱਕ ਰਫ ਆਈਡੀਆ ਲੈ ਲਾਂਗੇ ਠੀਕ ਹੈ ਇਹ ਤੋਂ ਜੇ ਆਪਣੇ ਐਂਗਲ ਦੀ ਵੈਲਿਊ ਡਿਫਾਈਨ ਕਰੀਏ ਤੇ ਆਪਣੇ ਕੋਲ ਜਿਹੜਾ ਕ੍ਰਿਟੀਕਲ ਐਂਗਲ ਆ ਉਹ ਅਪਰੋਕਸੀਮੇਟਲੀ 37 ਡਿਗਰੀ ਆ ਇਹਦਾ ਮਤਲਬ ਜੇ ਮੈਨੂੰ C ਦੀ ਵੈਲਿਊ ਮਿਲ ਹਾਂਜੀ सर H 4R/3 है H ਕਿੰਨਾ 4R/3 ਬਿਲਕੁਲ ਠੀਕ ਹੈ ਜੀ ਸੋ C ਦੀ ਵੈਲਿਊ ਆਪਣੇ ਕੋਲ 37 ਡਿਗਰੀ ਆ ਗਈ ਇੱਥੇ ਪੁੱਟ ਅਪ ਕਰ ਲਈਏ ਤੇ ਆਪਣੇ ਕੋਲ SH ਇਧਰੋਂ PA ਦੀ ਲੈਂਥ ਹੈਗੀ ਆ ਫਿਰ ਇੱਕ ਕੰਮ ਹੋਰ ਕਰੋ ਆਪਾਂ ਇਹਦੇ ਨਾਲੋਂ ਸਾਈਨ C ਨਿਕਲ ਆਇਆ ਨਾ ਇੱਕ ਕੰਮ ਹੋਰ ਕਰ ਲਓ ਆਪਾਂ ਇਹਨੂੰ ਸਾਈਨ ਦੀ ਫਾਰਮ 'ਚ ਨਹੀਂ ਦਿੰਦੇ ਬੇਟਾ ਆਪਾਂ H ਕੱਢਣਾ ਵਾ ਆ ਇੱਕ ਸੌਖਾ ਮੈਥਡ ਇੱਥੇ ਹੋਰ ਬਣਾਉਣ ਲੱਗਿਆ ਆਪਾਂ H ਕੱਢਣਾ R ਹੈਗਾ ਇਹਨਾਂ ਦੋ ਸਾਈਡਾਂ ਨੂੰ ਸਿੱਧਾ ਲਿੰਕ ਕਰ ਲਈਏ C ਤਾਂ ਨਿਕਲ ਹੀ ਆਇਆ ਆਪਣਾ ਠੀਕ ਹੈ ਇਹ ਤੋਂ ਜੇ ਸਿੱਧਾ ਲਿੰਕ ਕਰਾਂ ਤੇ ਆ ਮੇਰਾ ਬਣ ਜਾਊਗਾ ਪਰਪੈਂਡੀਕੂਲਰ ਤੇ ਬੇਸ ਠੀਕ ਹੈ ਇਹਦਾ ਮਤਲਬ ਇਸ ਟ੍ਰਾਇੰਗਲ ਦੇ ਅੰਦਰ ਜੇ ਆਪਾਂ ਡਿਫਾਈਨ ਕਰ ਲਈਏ ਪਰਪੈਂਡੀਕੂਲਰ ਓਵਰ ਬੇਸ ਆ ਮੇਰੇ ਕੋਲ SH ਕਹਿੰਦਾ ਜੀ ਪਰਪੈਂਡੀਕੂਲਰ ਤੇ ਬੇਸ ਜਿਹੜਾ ਮੇਰੇ ਕੋਲ ਉਹ tan C ਆ ਜਾਊ ਗੱਲ ਸਮਝ ਲੱਗਦੀ ਵੀ ਕਿਉਂ ਚੇਂਜ ਕੀਤਾ यस सर ਕਿਉਂਕਿ ਆਪਾਂ ਜਿਹੜੀ ਚੀਜ਼ ਲੱਭਣੀ ਉਹ ਆ ਸਾਈਡ ਆਪਣੀ OA ਹੈ ਨਾ ਤੇ OA ਨੂੰ ਕੈਲਕੂਲੇਟ ਕਰ ਲਈ C ਐਂਗਲ ਦੇ ਇੱਥੋਂ ਬਣ ਚੁੱਕਾ ਤੇ C ਦੀ ਵੈਲਿਊ ਆਪਾਂ ਇਕੁਏਸ਼ਨ 1 ਚ ਜੇ ਭਰ ਦਈਏ ਠੀਕ ਹੈ ਇਹਨੂੰ 1 ਇਕੁਏਸ਼ਨ ਪੁੱਟ ਅਪ ਕਰ ਲਓ ਪੁੱਟ ਇਨ 1 ਤੇ ਆਪਣੇ ਕੋਲ ਆ ਜਾਏਗਾ PA ਦੀ ਲੈਂਥ ਆਪਣੀ 1 ਸੈਂਟੀਮੀਟਰ ਆ ਇਹਨੂੰ ਸੈਂਟੀਮੀਟਰ ਚ ਰੱਖ ਦਿਓ ਆ ਮੇਰੀ ਸਾਈਡ ਆ ਗਈ 1 ਸੈਂਟੀਮੀਟਰ ਓਵਰ tan of 37 ਇਕੁਅਲ ਟੂ ਆ ਜਾਏਗਾ OA ਔਰ OA ਮੇਰਾ H ਡਿਫਾਈਨਡ ਆ ਤੇ ਹੁਣ ਸਿਰਫ ਔਰ ਸਿਰਫ ਆਪਾਂ SH ਜਿਹੜਾ ਵਾ ਉਹ tan 37 ਦੀ ਵੈਲਿਊ ਦੇਖ ਲਓ ਕਿੰਨੀ ਬਣਦੀ ਉਹ ਪੁੱਟ ਅਪ ਕਰ ਲਓ ਤੇ H ਕੈਲਕੂਲੇਟ ਹੋ ਜਾਏਗਾ ਕਲੀਅਰ ਹੈ ਬੱਚੇ Yes, sir. Yes. ਇਹ ਚ ਕੋਈ ਡਾਊਟ ਹੈ ਬੇਟਾ ਜੇ ਕਿਸੇ ਨੂੰ ਕੋਈ ਸਟੈਪ ਨਹੀਂ ਸਮਝ ਲੱਗਿਆ ਤੇ ਇੱਕ ਵਾਰੀ ਦੱਸ ਦਿਓ ਬੇਟਾ ਕਲੀਅਰ ਆ Yes. yes ਚਲ ਹੋ ਜੂ ਓਏ ਪੁੱਤ ਕਰ ਥੋੜਾ Yes, ਰਿਸਪੌਂਸ sir. ਤੋਂ ਇੰਨੀ ਵਾਰੀ ਤੁਹਾਨੂੰ ਪੁੱਛਦਾ ਕਰਦਾ ਫਿਰ ਉਹੀ ਗੱਲ ਹੋ ਜਾਂਦੀ ਬਬਲੀਨ ਹੈ ਗਰੁੱਪ ਚ ਕਿ ਨਹੀਂ No, sir. ਚਲ No, sir. ਇਹ ਕੰਪਲੀਟ ਹੋ ਜਾਏਗਾ ਨੂਮੈਰੀਕਲ Yes, Yes, sir. sir. Yes, sir. ਉਤੇ ਦੋਨੋਂ ਨੂਮੈਰੀਕਲ ਜਾਂ ਇਸ ਟਾਈਪ ਦੇ ਨੂਮੈਰੀਕਲ ਬੋਰਡ ਵਾਸਤੇ ਬਹੁਤ ਇੰਪੋਰਟੈਂਟ ਆ ਇਸ ਲਈ ਥੋੜਾ ਜਿਹਾ ਧਿਆਨ ਨਾਲ ਨੂਮੈਰੀਕਲ ਨੂੰ ਸਮਝ ਕੇ ਚੱਲੋ ਬੇਟਾ ਠੀਕ ਹੈ ਜੀ ਨੈਕਸਟ ਪੜੋ ਚਲੋ ਨੈਕਸਟ ਦੀ ਸਟੇਟਮੈਂਟ ਆਪਣੇ ਕੋਲ ਹੈਗੀ ਆ figure show a thin lens with center of curvature C1 and C2 figure ਮੈਂ ਦੇ ਰਿਹਾ ਹੁਣੀ if refractive index is 1.5 what is the focal length ਇਹ ਹੁਣੀ ਦਾ ਹੁਣੀ ਤੁਸੀਂ ਸੋਲਵ ਕਰਨਾ ਠੀਕ ਹੈ ਫਿਗਰ ਇਹਦੀ ਮੈਂ ਦੇ ਰਿਹਾ ਤੁਹਾਨੂੰ ਹਾਂਜੀ ਤੁਹਾਡੇ ਕੋਲ ਜਿਹੜਾ ਕੁਐਸਚਨ ਗਿਵਨ ਆ ਉਹਦੇ ਚ ਐਸਐਚ ਆਪਣੇ ਕੋਲ ਗਿਵਨ ਹੈਗਾ ਦੋ ਆਪਣੇ ਕੋਲ ਕਨਵੈਕਸ ਸਰਫੇਸ ਆਪਣੇ ਕੋਲ ਇਸ ਵੇ ਨਾਲ ਆਪਾਂ ਲੈਂਸ ਡਿਵੈਲਪ ਕਰਦੇ ਪਏ ਆ ਕਿਹੜਾ ਲੈਂਸ ਬਣਿਆ ਇਹ ਵਾਲਾ ਲੈਂਸ ਕਿਹੜਾ ਬਣਿਆ ਕੀ ਨਾਮ ਰੱਖਾਂਗੇ ਇਹਦਾ convexo concave ਕਨਵੈਕਸੋ ਕਨਕੇਵ ਠੀਕ ਹੈ ਜੀ ਇਹਦਾ ਆ ਪਹਿਲਾ ਪੋਲ P1 ਆ ਗਿਆ ਸੈਕੰਡ ਪੋਲ P2 ਡਿਫਾਈਨਡ ਆ ਸੈਂਟਰ ਇਹਦਾ ਆਪਟੀਕਲ ਸੈਂਟਰ C ਆ ਗਿਆ ਉਹਨੇ ਆਪਣੇ ਕੁਐਸਚਨ 'ਚ ਆਪਾਂ ਨੂੰ ਕਿਹਾ ਵਾ ਥਿਨ ਕਨਵੈਕਸ ਲੈਂਸ ਵਿਦ ਸੈਂਟਰ ਆਫ ਕਰਵੇਚਰ C1 ਐਂਡ C2 P1 ਦਾ ਜਿਹੜਾ ਸਫੀਅਰ ਆ ਉਹ ਵੀ ਇੱਧਰ ਹੀ ਘੁੰਮਣਾ P2 ਦਾ ਸਫੀਅਰ ਵੀ ਇੱਧਰ ਹੀ ਘੁੰਮਣਾ ਇੱਕ ਦਾ ਸੈਂਟਰ C1 ਆ ਔਰ ਇੱਕ ਦਾ ਸੈਂਟਰ ਆਫ ਕਰਵੇਚਰ C2 ਗਿਵਨ ਆ ਕਲੀਅਰ ਹੈ ਨੀ ਗੱਲ और रेडियस जेडे गिवन आ ये ਤੁਹਾਡੇ ਕੋਲ ਇੱਕ 10 ਸੈਂਟੀਮੀਟਰ ਆ ਔਰ ਸੈਕੰਡ ਰੇਡੀਅਸ ਜਿਹੜਾ ਤੁਹਾਡੇ ਕੋਲ 20 ਸੈਂਟੀਮੀਟਰ ਗਿਵਨ ਆ ਸੋ ਆਪਣੇ ਕੋਲ ਐਸਐਚ ਦੋ ਕਰਵੇਚਰ ਦੇ ਰੇਡੀਅਸ ਗਿਵਨ ਆ ਔਰ ਉਹਨੇ ਪੁੱਛਿਆ ਆਪਣੇ ਕੋਲ ਇਹ ਆ ਕਿ ਵੀ ਰਿਫਰੈਕਟਿਵ ਇੰਡੈਕਸ ਜੇ ਇਸ ਮੀਡੀਅਮ ਦਾ 1.5 ਆ ਠੀਕ ਹੈ ਤੇ ਫੋਕਲ ਲੈਂਥ ਕੈਲਕੂਲੇਟ ਕਰੋ ਤੁਹਾਡੇ ਕੋਲ ਐਸਐਚ ਕਹਿੰਦਾ ਜੀ ਲੈਂਸ ਦੀ ਕਿੰਨੀ ਆਏਗੀ कैलकुलेशन करो और जल्दी जल्दी सॉल्व करके दिखाऊंगे
सर रेडियस बोलियो एक बारी रेडियस पुत्र फर्स्ट हैगा जेड़ा 10 सेंटीमीटर, सेकंड 20, म्यू दी वैल्यू 1.5। कैमरा पॉज कर रहे हैं।